ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ ਸਾਰਿਆਂ ਦਾ? ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਅੱਜ ਹੈਗਾ ਕਿਤਾਬਾਂ ਦਾ ਸਫ਼ਰ ਸੈਗਮੈਂਟ ਦਾ ਭਾਗ ਦੂਜਾ। ਪਹਿਲਾ ਭਾਗ ਤੁਸੀਂ ਦੇਖ ਚੁੱਕੇ ਹੋ। ਵਧੀਆ ਉਹਦੇ ਵਿਊ ਹੋ ਗਏ, ਮਤਲਬ 150 ਪਲੱਸ ਹੋ ਗਏ ਵਿਊ। ਧੰਨਵਾਦ ਸਭ ਤੋਂ ਪਹਿਲਾਂ ਵੀ ਤੁਸੀਂ ਚਲੋ ਇੰਨੇ ਵਿਊ ਤਾਂ ਕੀਤੇ। ਕੋਈ ਚੰਗੀ ਚੀਜ਼ ਮੇਰੇ ਵੱਲੋਂ ਜੋ ਮੈਂ ਪੇਸ਼ ਕਰ ਰਿਹਾ ਆਪਦੇ ਵੱਲੋਂ ਵੀ ਮੈਨੂੰ ਇਹ ਚੰਗੀ ਚੀਜ਼ ਲੱਗੀ ਵੀ ਬੁੱਕਾਂ ਨੂੰ ਪੜ੍ਹ ਕੇ ਤੁਹਾਨੂੰ ਸੁਣਾਇਆ ਜਾਵੇ, ਕਿਉਂਕਿ ਕਈ ਵਾਰੀ ਕਈਆਂ ਨੂੰ ਬੁੱਕਾਂ ਆਪ ਪੜ੍ਹਨਾ ਓਨਾ ਵਧੀਆ ਨਹੀਂ ਲੱਗਦਾ। ਜੇ ਮਤਲਬ ਕਿ ਉਹਨਾਂ ਨੂੰ ਬੋਰਿੰਗ ਲੱਗਣ ਲੱਗ ਜਾਂਦੀ ਹੈ ਉਹ ਚੀਜ਼ ਵੀ ਆਪ ਇਵੇਂ ਹੁਣ ਬੁੱਕਾਂ ਪੜ੍ਹ ਕੇ ਐਂ ਬੈਠੇ ਰਹੋ, ਇਹਨੂੰ ਪੜ੍ਹੀ ਜਾਓ। ਸੋ ਮੈਂ ਇੱਕ ਇਹ ਚੀਜ਼ ਸ਼ੁਰੂ ਕੀਤੀ ਹੈ ਵੀ ਉਹ ਬੁੱਕ ਜਿਹੜੀ ਤੁਸੀਂ ਪੜ੍ਹ ਸਕਦੇ ਹੋ, ਜਿਹੜੀ ਤੁਹਾਨੂੰ ਰਿਕਮੈਂਡਡ ਹੈ ਬੁੱਕਾਂ ਮੇਰੇ ਵੱਲੋਂ, ਜੋ ਕਿ ਜੋ ਮੈਂ ਪੜ੍ਹ ਰਿਹਾ ਉਹ ਤੁਹਾਨੂੰ ਮੈਂ ਰਿਕਮੈਂਡ ਕਰੂੰਗਾ, ਜੇ ਰਿਕਮੈਂਡ ਕਰਨ ਵਾਲੀ ਹੋਈ ਤਾਂ। ਸੋ ਉਸ ਚੀਜ਼ ਨੂੰ ਸੌਖਾ ਕਰਨ ਵਾਸਤੇ ਮੈਂ ਉਹ ਬੁੱਕਾਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਹੋਪਫੁਲੀ ਮੈਂ ਵੀ ਸੁਣਾਈ ਜਾਊਂਗਾ, ਜੇ ਵਧੀਆ ਤੁਹਾਡਾ ਰਿਸਪੌਂਸ ਆਇਆ ਤਾਂ ਐਵੇਂ ਸੁਣਾਈ ਜਾਊਂਗਾ ਮੈਂ। ਸੋ ਬੜੀਆਂ ਗੱਲਾਂ ਨਾ ਕਰਦੇ ਹੋਏ ਕਰਦੇ ਹਾਂ ਸਟਾਰਟ। ਆਜੋ ਫਿਰ। ਜਾਤ ਪਾਤ ਅਤੇ ਸਿੱਖ ਲਹਿਰ, ਕਿਤਾਬਾਂ ਦਾ ਸਫ਼ਰ ਭਾਗ ਦੂਜਾ। ਇੱਕ ਹੋਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਇਹ ਜਿਹੜੀ ਕਿਤਾਬ ਆ ਜਿਨ੍ਹਾਂ ਨੇ ਤਾਂ ਪੜ੍ਹੀ ਉਹਨਾਂ ਨੂੰ ਤਾਂ ਕਾਫੀ ਚੰਗੀ ਤਰ੍ਹਾਂ ਪਤਾ ਕਿ ਵੀ ਇਹ ਕਿਤਾਬ ਕਿਹੋ ਜਿਹੀ ਕਿਤਾਬ ਆ, ਵੀ ਇਹ 'ਚ ਸਾਰੀਆਂ ਚੀਜ਼ਾਂ ਬਹੁਤ ਖੁੱਲ੍ਹੀਆਂ ਲਿਖੀਆਂ ਗਈਆਂ। ਸੋ ਇਤਰਾਜ਼ ਨਾ ਕਰਨਾ, ਕੁਛ ਇਤਰਾਜ਼ਯੋਗ ਗੱਲਾਂ ਹੈਗੀਆਂ ਬਟ ਇਤਰਾਜ਼ ਨਾ ਕਰਨਾ, ਕਿਉਂਕਿ ਇਹ ਇੰਡੀਆ ਦੀ ਛਪੀ ਵੀ ਬੁੱਕ ਆ, ਬਾਹਰਲੀ ਛਪੀ ਵੀ ਬੁੱਕ ਨਹੀਂ ਗੀ। ਇਹ ਹੈਡਲਾਈਨ ਥੋੜ੍ਹੀ ਹੋ ਸਕਦਾ ਤੁਹਾਨੂੰ ਚੁਭੇ ਬਟ ਪੜ੍ਹਨੀ ਪਊ ਮੈਨੂੰ ਤਾਂ। ਮੰਦਰ 'ਚ ਜਾਣ 'ਤੇ ਦਲਿਤ ਕੁੜੀ ਨੂੰ ਨੰਗਾ ਕਰਕੇ ਕੁੱਟਿਆ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਨੇੜੇ ਪ੍ਰਸਿੱਧ ਹੰਡੋਲ ਮੰਦਰ ਵਿਖੇ ਅਗਸਤ 2009 ਵਿੱਚ ਇੱਕ ਦਲਿਤ ਕੁੜੀ ਦੇ ਮੱਥਾ ਟੇਕਣ ਲਈ ਜਾਣ 'ਤੇ ਪੁਜਾਰੀਆਂ ਨੇ ਉਸ ਨੂੰ ਨੰਗਾ ਕੀਤਾ ਅਤੇ ਕੁੱਟਿਆ। ਇਸ ਸੰਬੰਧੀ ਪੁਲਿਸ ਕੋਲ ਵੀ ਮਾਮਲਾ ਦਰਜ ਕਰਵਾਇਆ ਗਿਆ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਕਾਰਵਾਈ ਕੁਝ ਨਹੀਂ ਹੋ ਸਕਦੀ। ਖਬਰਾਂ ਮੁਤਾਬਕ ਜਦੋਂ ਇੱਕ ਦਲਿਤ ਕੁੜੀ ਰੱਖੜੀ ਲਈ ਪੂਜਾ ਕਰਨ ਵਾਸਤੇ ਉਕਤ ਮੰਦਰ 'ਚ ਗਈ ਤਾਂ ਉਹ ਮੰਦਰ 'ਚ ਦਲਿਤ ਵਰਗ ਦੇ ਲੋਕਾਂ ਲਈ ਬਣੀ ਥਾਂ ਇੱਕ ਵੱਖਰੀ ਤੇ ਨੀਵੀਂ ਥਾਂ 'ਤੇ ਖੜੀ ਸੀ। ਇਸ ਦੌਰਾਨ ਮੰਦਰ 'ਚ ਸ਼ਰਧਾਲੂਆਂ ਦੀ ਵੱਡੀ ਭੀੜ 'ਚ ਧੱਕਾ ਮੁੱਕੀ ਹੋ ਜਾਣ ਕਾਰਨ ਉਕਤ ਧੱਕਮ ਧੱਕੇ ਵਿੱਚ ਕੁੜੀ ਅੱਗੇ, ਮਤਲਬ ਜੋ ਉੱਚੀ ਜਗ੍ਹਾ ਸੀਗੀ, ਕੁੜੀ ਅੱਗੇ ਧੱਕ ਕੇ ਚਲੀ ਗਈ। ਇਸ 'ਤੇ ਪੁਜਾਰੀ ਨਾਰਾਜ਼ ਹੋ ਗਏ ਤੇ ਉਹਨਾਂ ਕੁੜੀ ਨੂੰ ਫੜ ਕੇ ਉਸਦੇ ਕੱਪੜੇ ਲਾਹ ਦਿੱਤੇ ਅਤੇ ਉਸ ਨੂੰ ਕੁੱਟਿਆ। ਇਸ ਤੋਂ ਇਲਾਵਾ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ। ਇਹ ਖਬਰ ਵੀ ਉਹਨਾਂ ਅਖੌਤੀ ਵਿਦਵਾਨਾਂ ਅਤੇ ਲੇਖਕਾਂ ਦੇ ਮੂੰਹ 'ਤੇ ਚਪੇੜ ਸੀ ਜਿਹੜੇ ਹਕੀਕਤ ਤੋਂ ਅੱਖਾਂ ਬੰਦ ਕਰਕੇ ਸਮੇਂ-ਸਮੇਂ 'ਤੇ ਇਹ ਬੇਸੁਰਾ ਰਾਗ ਅਲਾਪਦੇ ਰਹਿੰਦੇ ਹਨ ਕਿ ਸਿੱਖਾਂ ਅੰਦਰ ਵੀ ਹਿੰਦੂਆਂ ਵਾਂਗ ਹੀ ਦਲਿਤਾਂ ਨਾਲ ਵਿਤਕਰਾ ਹੁੰਦਾ ਹੈ, ਜਾਂ ਕਿਹਾ ਜਾਂਦਾ ਹੈ ਕਿ ਗੁਰਦੁਆਰਿਆਂ ਵਿੱਚ ਵੀ ਦਲਿਤਾਂ ਨਾਲ ਵਿਤਕਰਾ ਹੁੰਦਾ ਹੈ। ਕੀ ਉਹ ਦੱਸ ਸਕਦੇ ਹਨ ਕਿ ਸਿੱਖਾਂ ਦੇ ਕਿਹੜੇ ਗੁਰਦੁਆਰੇ 'ਚ ਦਲਿਤਾਂ ਦੇ ਖਲੋਣ ਲਈ ਵੱਖਰੀ ਥਾਂ ਬਣੀ ਹੋਈ ਹੈ? ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਹਰੇਕ ਗੁਰਦੁਆਰੇ ਦੇ ਅੰਦਰ ਸਮੂਹ ਸੰਗਤ ਲਈ ਹਰ ਥਾਂ ਸਾਂਝੀ ਹੈ। ਲੰਗਰ, ਸਰੋਵਰ ਆਦਿ ਵਿੱਚ ਕਿਸੇ ਨਾਲ ਵਖਰੇਵਾਂ ਨਹੀਂ। ਸਮਝ ਨਹੀਂ ਆਉਂਦੀ ਕਿ ਉਹਨਾਂ ਲੋਕਾਂ ਦੇ ਦਿਮਾਗ ਵਿੱਚ ਕਿਹੜੀ ਸਮੱਸਿਆ ਹੈ ਜਿਹੜੇ 2 ਕੁ ਦਿਨਾਂ ਬਾਅਦ ਇਹ ਵਿਚਾਰ ਪ੍ਰਗਟ ਕਰਨ ਨੂੰ ਨਹੀਂ ਉਕਦੇ ਕਿ ਅਖੇ ਪੰਜਾਬ 'ਚ ਡੇਰਾਵਾਦ ਵਧਣ ਦਾ ਕਾਰਨ ਗੁਰਦੁਆਰਿਆਂ 'ਚ ਦਲਿਤਾਂ ਨਾਲ ਹੁੰਦਾ ਵਿਤਕਰਾ ਹੈ। ਇੱਥੋਂ ਤੱਕ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ। ਇਹਨਾਂ ਲੋਕਾਂ ਦਾ ਮਕਸਦ ਪੰਜਾਬ 'ਚ ਡੇਰਾਵਾਦ ਲਈ ਹਕੂਮਤ ਨੂੰ ਬਰੀ ਕਰਕੇ ਦੋਸ਼ ਸਿੱਖਾਂ ਸਿਰ ਮੜ੍ਹਨਾ ਹੀ ਹੁੰਦਾ ਹੈ। ਇਹਨਾਂ ਲੋਕਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਗੁਰਦੁਆਰਿਆਂ 'ਚ ਸਾਂਝੀ ਸੰਗਤ, ਸਾਂਝੀ ਪੰਗਤ ਅਤੇ ਸਾਂਝੇ ਸਰੋਵਰਾਂ ਦੇ ਬਾਵਜੂਦ ਜੇ ਤੁਹਾਨੂੰ ਦਲਿਤਾਂ ਨਾਲ ਵਿਤਕਰਾ ਨਜ਼ਰ ਆਉਂਦਾ ਹੈ ਅਤੇ ਉਸ ਵਿਤਕਰੇ ਦੇ ਕਾਰਨ ਹੀ ਡੇਰਾਵਾਦ ਪੈਦਾ ਹੋ ਗਿਆ ਹੈ, ਤਾਂ ਫਿਰ ਜਿੱਥੇ ਦਲਿਤ ਕੁੜੀਆਂ ਨੂੰ ਨਿਰਧਾਰਤ ਥਾਂ ਤੋਂ ਅੱਗੇ ਲੰਘ ਜਾਣ 'ਤੇ
ਨੰਗਿਆਂ ਕਰਕੇ ਕੁੱਟਿਆ ਜਾਂਦਾ ਹੈ, ਉੱਥੇ ਡੇਰਾਵਾਦ ਕਿਉਂ ਨਹੀਂ ਫੈਲਦਾ? ਅਸਾਮ 'ਚ ਆਦੀਵਾਸੀ ਦਲਿਤਾਂ ਤੇ ਮਨੂਵਾਦੀ ਕਹਿਰ। 24 ਨਵੰਬਰ 2007 ਨੂੰ ਜਦੋਂ ਮਜ਼ਲੂਮਾਂ ਦੇ ਹੱਕਾਂ ਦੇ ਰਾਖੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ, ਤਾਂ ਉਦੋਂ ਅਸਾਮ ਦੇ ਕਹੇ ਜਾਂਦੇ ਨੀਵੀਂ ਜਾਤ ਦੇ ਆਦੀਵਾਸੀ ਲੋਕ, ਜਿਨ੍ਹਾਂ ਤੱਕ ਅਜੇ ਗੁਰਮਤਿ ਦਾ ਪ੍ਰਕਾਸ਼ ਨਹੀਂ ਪਹੁੰਚਿਆ ਜਾਂ ਅਸੀਂ ਪਹੁੰਚਾ ਨਹੀਂ ਸਕੇ, ਉਹ ਰਿਜ਼ਰਵੇਸ਼ਨ ਦਾ ਹੱਕ ਲੈਣ ਹਿੱਤ ਆਪਣੇ ਆਪ ਨੂੰ ਅਨੁਸੂਚਿਤ ਜਾਤੀ ਵਿੱਚ ਸ਼ਾਮਿਲ ਕਰਾਉਣ ਦੀ ਮੰਗ ਨੂੰ ਲੈ ਕੇ ਅਸਾਮ ਦੀ ਰਾਜਧਾਨੀ ਦਿਸਪੁਰ 'ਚ ਜਲੂਸ ਕੱਢ ਰਹੇ ਸਨ। ਉੱਚ ਜਾਤੀ ਦੇ ਹਿੰਦੂਆਂ ਨੇ ਇਸ ਜਲੂਸ 'ਤੇ ਹਮਲਾ ਕਰਕੇ ਉਹਨਾਂ ਆਦੀਵਾਸੀਆਂ ਵਿੱਚ ਭਾਜੜ ਮਚਾ ਦਿੱਤੀ। ਇੱਥੇ ਹੀ ਗੱਲ ਨਹੀਂ ਰੁਕੀ। ਕਾਬੂ ਆਏ ਕਈ ਆਦੀਵਾਸੀਆਂ ਨੂੰ ਬੇਰਹਿਮੀ ਦੇ ਨਾਲ ਬੂਟਾਂ ਦੇ ਠੁੱਡੇ ਮਾਰ-ਮਾਰ ਕੇ ਕੁੱਟਿਆ ਗਿਆ ਤੇ ਜਾਨੋਂ ਮਾਰ ਦਿੱਤਾ ਗਿਆ। ਇਹ ਤਾਂਡਵ ਨਾਚ ਇੱਥੇ ਹੀ ਨਹੀਂ ਰੁਕਿਆ। ਆਦੀਵਾਸੀ ਔਰਤਾਂ ਨੂੰ ਵਾਲਾਂ ਤੋਂ ਫੜ-ਫੜ ਕੇ ਸੜਕਾਂ 'ਤੇ ਘੜੀਸਿਆ ਗਿਆ। ਇਸ ਦੇ ਨਾਲ ਵੀ ਮਨੂਵਾਦੀ ਨਫ਼ਰਤ ਠੰਡੀ ਨਾ ਹੋਈ ਤਾਂ ਇਸ ਹੱਕ ਮੰਗ ਦੇ ਮੁਜ਼ਾਹਰੇ 'ਚ ਸ਼ਾਮਿਲ ਨੌਜਵਾਨ ਲੜਕੀਆਂ ਦੇ ਕੱਪੜੇ ਪਾੜ ਕੇ ਉਹਨਾਂ ਨੂੰ ਅਲਫ ਨੰਗਿਆ ਕਰ ਦਿੱਤਾ ਗਿਆ ਤੇ ਫਿਰ ਉਹਨਾਂ ਨੂੰ ਸ਼ਰੇਆਮ ਸੜਕਾਂ 'ਤੇ ਦੌੜਾ ਕੇ ਉਹਨਾਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਤੇ ਮੂਵੀ ਬਣਾਈ ਗਈ। ਇਹ ਸਾਰਾ ਤਾਂਡਵ ਨਾਚ ਕਰੋੜਾਂ ਦਰਸ਼ਕਾਂ ਨੇ ਟੀਵੀ 'ਤੇ ਵੀ ਵੇਖਿਆ, ਪਰ ਹੈਰਾਨੀ ਹੈ ਕਿ ਇਸ ਦੇਸ਼ ਦਾ ਲੰਮੇ ਹੱਥਾਂ ਵਾਲਾ ਕਾਨੂੰਨ ਅਜੇ ਤੱਕ ਦੋਸ਼ੀਆਂ ਦੇ ਗਿਰਬਾਨ ਤੱਕ ਨਹੀਂ ਪਹੁੰਚ ਸਕਿਆ। ਇਨ੍ਹਾਂ ਆਦੀਵਾਸੀਆਂ 'ਤੇ ਇਹ ਕਹਿਰ ਨਵੰਬਰ 2007 ਵਿੱਚ ਹੋਇਆ ਸੀ, ਪਰ ਅਜੇ ਤੱਕ ਦੇਸ਼ ਦੇ ਕਿਸੇ ਹਾਕਮ, ਕਿਸੇ ਪੁਲਿਸ ਜਾਂ ਕਿਸੇ ਅਦਾਲਤ ਨੇ ਇਹਨਾਂ ਨੂੰ ਇਨਸਾਫ ਨਹੀਂ ਦਿੱਤਾ। ਬ੍ਰਾਹਮਣ ਦੀ ਸਰਕਾਰ ਵਾਲੇ ਸਿਸਟਮ ਵਿੱਚ ਦਲਿਤਾਂ ਨੂੰ ਅਦਾਲਤਾਂ ਰਾਹੀਂ ਇਨਸਾਫ ਨਹੀਂ ਮਿਲ ਸਕਦਾ। ਇਸ ਹਾਲਤ ਵਿੱਚ ਲੋੜ ਹੈ ਕਿ ਇਹ ਆਦੀਵਾਸੀ ਉਸੇ ਹੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਸੇਧ ਲੈਣ ਤੇ ਰਾਜੇ ਸੀਹ ਮੁਕੱਦਮ ਕੁੱਤੇ ਵਾਲੀ ਪ੍ਰਣਾਲੀ ਤੋਂ ਇਨਸਾਫ ਦੀ ਮੰਗ ਜਾਂ ਉਡੀਕ ਕਰਨ ਦੀ ਬਜਾਏ ਆਪਣੇ ਭਾਲੇ ਤੇ ਆਪਣੇ ਤੀਰ ਤਿੱਖੇ ਕਰਨੇ ਆਰੰਭ ਕਰ ਦੇਣ। ਇਸ ਤੋਂ ਇਲਾਵਾ ਇੱਜ਼ਤ ਬਚਾਉਣ ਦਾ ਹੋਰ ਕੋਈ ਚਾਰਾ ਨਹੀਂ। ਇਸ ਵਿੱਚ ਹੀ ਉਹਨਾਂ ਨੂੰ ਮੁਕਤੀ ਦਾ ਰਾਹ ਵੀ ਲੱਭ ਪਵੇਗਾ। ਸੋ ਅੱਗੇ ਪੜ੍ਹਦੇ ਹਾਂ। ਹਿੰਦੂ ਧਰਮ ਛੱਡਣ ਦੀ ਸਜ਼ਾ। ਇਹ ਜੋ ਵੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਇੱਕੋ ਗੱਲ ਦੁਹਰਾ ਰਿਹਾ, ਕਿਉਂਕਿ ਕਈਆਂ ਨੂੰ ਇਹ ਪਿਛਲੇ ਭਾਗ ਪਹਿਲੇ 'ਚ ਵੀ ਇੱਕ ਬਾਈ ਨੇ ਕਮੈਂਟ ਕੀਤਾ ਵੀ ਬਹੁਤ ਵਧੀਆ ਕਹਾਣੀ। ਇਹ ਕਹਾਣੀ ਨਹੀਂ ਗੀ, ਕਹਾਣੀ ਹੁੰਦੀ ਆ, ਫਿਕਸ਼ਨ ਹੁੰਦੀ ਆ, ਇਹ ਸੱਚਾਈ ਆ। ਇੱਥੇ ਹੁਣ ਫੋਟੋ ਲੱਗੀ ਆ, ਹੁਣ ਇਹ ਫੋਟੋਆਂ ਜੋ ਵੀ ਲੱਗੀਆਂ ਹੈਗੀਆਂ, ਜੋ ਵੀ ਆਹ ਟੀਵੀ ਵਾਲੀ ਗੱਲਾਂ, ਆਹ ਤਰੀਕਾਂ ਦਿੱਤੀਆਂ ਗਈਆਂ, ਇਹ ਸਾਰਾ ਸੱਚ ਆ। ਇਹ 'ਚ ਜੋ ਵੀ ਚੀਜ਼ਾਂ ਲਿਖੀਆਂ ਗਈਆਂ ਇਸ ਕਿਤਾਬ 'ਚ, ਉਹ ਜ਼ਿਆਦਾਤਰ ਬਲਜੀਤ ਸਿੰਘ ਖਾਲਸਾ ਜੀ ਦੀ ਆਪਣੀ ਰਿਸਰਚ ਆ। ਉਹਨਾਂ ਨੇ ਆਪਦੇ ਆਧਾਰ 'ਤੇ ਜੋ ਉਹ ਲੱਭ ਸਕੇ ਉਹਨਾਂ ਨੇ ਲੱਭਿਆ। ਫਿਰ ਮੈਂ ਦੱਸ ਦੇਣਾ ਇੱਕ ਵਾਰੀ ਵੀ ਹਿੰਦੂ ਧਰਮ ਦੇ ਬਰਖਿਲਾਫ ਨਹੀਂ ਗੀ ਚੀਜ਼, ਜੋ ਵੀ ਮੈਂ ਬੋਲ ਰਿਹਾ, ਜੋ ਵੀ ਇਸ ਕਿਤਾਬ 'ਚ ਹਿੰਦੂ ਧਰਮ ਦੇ ਬਰਖਿਲਾਫ ਨਹੀਂ, ਸਗੋਂ ਇਹ ਤਾਂ ਖੁਦ ਭਾਈ ਬਲਜੀਤ ਸਿੰਘ ਖਾਲਸਾ, ਆਹ ਦੇਖੋ ਵੀ ਇਹ ਤਾਂ ਖੁਦ ਐਵੇਂ ਮਤਲਬ ਸ਼ਾਮਿਲ ਹੁੰਦੇ ਰਹਿੰਦੇ ਆ, ਨਾਲ ਕਈ ਹਿੰਦੂ ਬੈਠੇ ਆ, ਦਲਿਤ ਬੈਠੇ ਆ, ਇਹੋ ਜਿਹੇ ਮਤਲਬ ਪ੍ਰੋਗਰਾਮਾਂ 'ਚ, ਸੈਮੀਨਾਰਾਂ 'ਚ ਆਪ ਸ਼ਾਮਿਲ ਹੁੰਦੇ ਰਹਿੰਦੇ ਆ। ਸੋ ਕੋਈ ਵੀ ਮੈਨੂੰ ਗਲਤ ਨਾ ਸਮਝੇ। ਗਾਂ ਪੜ੍ਹਦੇ ਹਾਂ। ਹਿੰਦੂ ਧਰਮ ਛੱਡਣ ਦੀ ਸਜ਼ਾ। ਹਿੰਦੂ ਸਮਾਜ ਵਿੱਚ ਕਹੇ ਜਾਂਦੇ ਸ਼ੂਦਰਾਂ ਤੇ ਅਖੌਤੀ ਉੱਚ ਜਾਤੀਆਂ ਦੇ ਜ਼ੁਲਮੋ ਸਤਮ ਜਦੋਂ ਬਰਦਾਸ਼ਤ ਤੋਂ ਬਾਹਰ ਹੋ ਗਏ ਤਾਂ ਮਹਾਰਾਸ਼ਟਰ ਦੇ ਬੰਦਾਰਾ ਜ਼ਿਲ੍ਹੇ ਦੇ ਪਿੰਡ ਖੈਰਲਾ ਜੀ ਦੇ ਦਲਿਤ ਵੀਰ ਭਈਆ ਲਾਲ ਨੇ ਪਰਿਵਾਰ ਸਮੇਤ ਈਸਾਈ ਧਰਮ ਅਪਣਾ ਲਿਆ। ਇਹ ਪਤਾ ਲੱਗਦੇ ਹੀ ਬ੍ਰਾਹਮਣਵਾਦੀ ਲੋਕ ਸੱਪ ਵਾਂਗ ਫੁੰਕਾਰੇ ਮਾਰਨ ਲੱਗੇ। ਭਈਆ ਲਾਲ ਨੂੰ ਬ੍ਰਾਹਮਣਵਾਦ ਦੀ ਗੁਲਾਮੀ 'ਚੋਂ ਨਿਕਲ ਜਾਣ ਦੀ ਗੁਸਤਾਖ ਹਰਕਤ ਦਾ ਮਜ਼ਾ ਚੁਕਾਏ ਜਾਣ ਦਾ ਫੈਸਲਾ ਹੋਇਆ। 29 ਸਤੰਬਰ 2006 ਨੂੰ ਅਖੌਤੀ ਉੱਚ ਜਾਤੀ ਹਿੰਦੂਆਂ ਦੀ ਹਿੰਸਕ ਭੀੜ ਨੇ ਦਲਿਤ ਵੀਰ ਭਈਆ ਲਾਲ ਦੇ ਘਰ 'ਤੇ ਹਮਲਾ ਬੋਲ ਦਿੱਤਾ। ਹਿੰਸਕ ਹਿੰਦੂ ਭੀੜ ਨੇ ਉਸ ਦੀ ਪਤਨੀ ਸੁਰੇਖਾ ਉਮਰ 44 ਸਾਲ, ਦੋ ਪੁੱਤਰ ਰੋਸ਼ਨ ਲਾਲ ਉਮਰ 23 ਸਾਲ ਅਤੇ ਸੁਧੀਰ 21 ਸਾਲ ਉਮਰ,
ਤੇ ਲੜਕੀ ਪ੍ਰਿਯੰਕਾ ਜੋ ਕਿ 18 ਸਾਲ ਦੀ ਸੀ ਨੂੰ ਚੁੱਕ ਕੇ ਪਿੰਡ ਦੀ ਸੱਥ ਵਿੱਚ ਲੈ ਆਂਦਾ। ਇੱਥੇ ਲਿਆ ਕੇ ਸਾਰੇ ਦਲਿਤ ਪਰਿਵਾਰ ਦੀ ਕੁੱਟਮਾਰ ਤੋਂ ਵੀ ਹਿੰਦੂਵਾਦੀ ਭੀੜ ਬਹੁਤ ਅਗਾਂਹ ਵੱਧ ਗਈ। ਹਿੰਦੂਵਾਦੀ ਭੀੜ ਆਪਣੇ ਹੀ ਧਰਮ ਗ੍ਰੰਥ ਮਹਾਭਾਰਤ ਦੀ ਇੱਕ ਗਾਥਾ ਤੋਂ ਵੀ ਟੱਪ ਗਈ ਤੇ ਦੋਹਾਂ ਮੁੰਡਿਆਂ ਨੂੰ ਬੰਨ੍ਹ ਕੇ ਭਈਆ ਲਾਲ ਦੀ ਪਤਨੀ ਸੁਰੇਖਾ ਅਤੇ ਲੜਕੀ ਪ੍ਰਿਯੰਕਾ ਦੋਹਾਂ ਨੂੰ ਭਰੀ ਪੰਚਾਇਤ 'ਚ ਪਹਿਲਾਂ ਅਲਫ ਨੰਗਿਆ ਕੀਤਾ ਗਿਆ। ਫਿਰ ਦੋਹਾਂ ਦੇ ਨਾਲ 40 ਹਿੰਦੂ ਗੁੰਡਿਆਂ ਨੇ ਸ਼ਰੇਆਮ ਦਿਨ ਦਹਾੜੇ ਸਮੂਹਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਇਸ ਦਲਿਤ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਨੂੰ ਮੋਟਰਸਾਈਕਲ ਦੀਆਂ ਚੈਨਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਹਨਾਂ ਘਟਨਾਵਾਂ ਦੇ ਰੂਬਰੂ ਪੰਜਾਬ 'ਚ ਦਲਿਤ ਲਹਿਰ ਦੇ ਮੁਦਈ ਅੰਤਰਝਾਤ ਮਾਰਨ ਤੇ ਆਪਣੇ ਆਪ ਨੂੰ ਸਵਾਲ ਕਰਨ ਕਿ ਕੀ ਪੰਜਾਬ ਵਿੱਚ ਦਲਿਤ ਦੀ ਅਜਿਹੀ ਦਸ਼ਾ ਬਾਰੇ ਕਦੇ ਸੋਚਿਆ ਵੀ ਜਾ ਸਕਦਾ ਹੈ। ਸਿੱਖ ਵਿਚਾਰਧਾਰਾ ਹਰ ਮਨੁੱਖ ਨੂੰ ਬਰਾਬਰ ਮੰਨਦੀ ਹੈ ਤੇ ਇਸ ਵਿਚਾਰਧਾਰਾ ਦੇ ਲੰਮੇ ਅਸਰ ਦਾ ਸਿੱਟਾ ਹੈ ਕਿ ਸਿੱਖ ਵਿਚਾਰਧਾਰਾ ਤੋਂ ਅਣਜਾਣ ਲੋਕ ਅਥਵਾ ਸਿਰਫ ਨਾਂ ਦੇ ਹੀ ਸਿੱਖ ਘਰਾਂ ਵਿੱਚ ਵੀ ਦਲਿਤਾਂ ਵਿਰੁੱਧ ਬ੍ਰਾਹਮਣਵਾਦ ਵਰਗੀ ਨਫ਼ਰਤ ਨਹੀਂ ਹੈ। ਬ੍ਰਾਹਮਣਵਾਦ ਤੋਂ ਆਜ਼ਾਦੀ ਲਈ ਸੰਘਰਸ਼ੀਲ ਸਿੱਖ ਲਹਿਰ ਤੇ ਸੰਚਾਲਕ ਅਥਵਾ ਵਰਕਰਾਂ ਵਿੱਚ ਤਾਂ ਅਜਿਹੀਆਂ ਮਨੁੱਖੀ ਵੰਡੀਆਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਸ ਲਈ ਪੰਜਾਬ ਦੇ ਦਲਿਤ ਵੀਰਾਂ ਲਈ ਜ਼ਰੂਰੀ ਹੈ ਕਿ ਉਹ ਬ੍ਰਾਹਮਣਵਾਦ ਵਿਰੁੱਧ ਫੈਸਲਾਕੁਨ ਜੰਗ ਲੜ ਰਹੀ ਸਿੱਖ ਲਹਿਰ ਦਾ ਸਾਥ ਦੇਣ ਤਾਂ ਜੋ ਮਨੁੱਖਤਾ ਦੀ ਦੋਖੀ ਬ੍ਰਾਹਮਣਵਾਦੀ ਰਾਜ ਪ੍ਰਣਾਲੀ ਦਾ ਖਾਤਮਾ ਕਰਕੇ ਲੋਕ ਪੱਖੀ ਰਾਜ ਪ੍ਰਣਾਲੀ ਸਥਾਪਿਤ ਕਰਨ ਦੇ ਸੰਘਰਸ਼ 'ਚ ਉਹਨਾਂ ਦਾ ਹਿੱਸਾ ਪਵੇ, ਨਾ ਕਿ ਉਹ ਬ੍ਰਾਹਮਣਵਾਦ ਦੇ ਹੱਥਾਂ 'ਚ ਖੇਡਦੇ ਹੋਏ ਸਿੱਖਾਂ ਦੇ ਅੱਗੇ ਹੀ ਰੋੜੇ ਅਟਕਾਉਣ 'ਚ ਲੱਗੇ ਰਹਿਣ। ਗੁਰਮਤਿ ਦਾ ਇੱਕ ਅਹਿਮ ਮੁੱਦਾ ਮਨੁੱਖੀ ਬਰਾਬਰੀ। ਬਰਾਬਰੀ ਗੁਰਮਤਿ ਦੇ ਮੂਲ ਮੁੱਦਿਆਂ ਵਿੱਚੋਂ ਇੱਕ ਅਹਿਮ ਮੁੱਦਾ ਹੈ ਜਿਸ ਨੇ ਸੰਸਾਰ ਵਿੱਚ ਹਰ ਤਰ੍ਹਾਂ ਦੇ ਵੰਡ ਵਿਤਕਰੇ ਖਤਮ ਕਰਕੇ ਇੱਕ ਆਦਰਸ਼ਕ ਸਮਾਜ ਦੀ ਸਿਰਜਣਾ ਕਰਨੀ ਹੈ। ਅਜੋਕੇ ਸਮੇਂ ਭਾਵੇਂ ਦੁਨੀਆ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰੀ ਹੋਈ ਹੈ, ਪਰ ਮਨੁੱਖਤਾ ਵਿੱਚ ਪਈਆਂ ਵੰਡੀਆਂ ਦੀ ਸਮੱਸਿਆ ਹਮੇਸ਼ਾ ਹੀ ਇੱਕ ਵੱਡੀ ਸਮੱਸਿਆ ਰਹੀ ਤੇ ਅਜੇ ਵੀ ਵਿਕਰਾਲ ਰੂਪ ਵਿੱਚ ਮੂੰਹ ਅੱਡੀ ਖਲੋਤੀ ਹੈ। ਆਓ ਵੇਖੀਏ ਕਿ ਗੁਰੂ ਸਾਹਿਬਾਨ ਨੇ ਮਨੁੱਖੀ ਬਰਾਬਰੀ ਅਤੇ ਇਨਸਾਫ ਦਾ ਪ੍ਰਤੀਕ ਖਾਲਸਾ ਸਾਜਣ ਲਈ ਇਹ ਮਨੁੱਖੀ ਵੰਡੀਆਂ ਕਿਵੇਂ ਮਿਟਾਈਆਂ ਸਨ। ਜਿਸ ਧਰਤੀ ਉੱਪਰ ਖਾਲਸਾ ਸਾਜਿਆ ਗਿਆ ਉੱਥੇ ਮਨੁੱਖੀ ਵੰਡੀਆਂ ਦਾ ਇੱਕ ਅਜਿਹਾ ਗੁਲਜ਼ਨਦਾਰ ਆਧਾਰ ਵੀ ਮੌਜੂਦ ਸੀ ਜੋ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਨਹੀਂ ਹੈ। ਮਨੁੱਖੀ ਵੰਡੀਆਂ ਦੇ ਇਸ ਅਖੌਤੀ ਧਾਰਮਿਕ ਆਧਾਰ ਵਰਨ ਵਿਵਸਥਾ ਦਾ ਵਿਸ਼ਲੇਸ਼ਣ ਗੁਰੂ ਜੀ ਨੇ ਇਸ ਤਰ੍ਹਾਂ ਕੀਤਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਇੱਥੇ ਤੁਕ ਆ ਗਈ, ਸ਼ਬਦ ਆ ਗਏ ਇੱਥੇ, ਉਹ ਮੈਂ ਪੜ੍ਹਨੇ ਨਹੀਂ ਕਿਉਂਕਿ ਉਹ ਤਾਂ ਮੈਨੂੰ ਸ਼ੁੱਧ ਪੜ੍ਹਨੀ ਆਉਂਦੀ ਹੈ ਬਾਣੀ, ਬਟ ਫਿਰ ਵੀ ਕੋਈ ਉਨੀਕੀ ਹੋ ਜਾਂਦੀ ਹੈ। ਸੋ ਆਏ ਇਸ ਪਲੇਟਫਾਰਮ 'ਤੇ ਆਏ ਪੜ੍ਹਨਾ ਮੈਂ ਆਪਦੇ ਵੱਲੋਂ ਸਹੀ ਨਹੀਂ ਸਮਝਦਾ। ਉਹਨਾਂ ਦੇ ਅਰਥ ਜ਼ਰੂਰ ਪੜ੍ਹੂੰਗਾ ਮੈਂ ਜੇ ਦਿੱਤੇ ਗਏ ਹੋਏ ਤਾਂ, ਕਿਉਂਕਿ ਕਈਆਂ ਸ਼ਬਦਾਂ ਦੇ ਦਿੱਤੇ ਕਈਆਂ ਦੇ ਨਹੀਂ ਦਿੱਤੇ। ਹੁਣ ਜਿਵੇਂ ਮੈਂ ਬੋਲ ਰਿਹਾ ਨਾਲ ਮੈਂ ਸ਼ਬਦ ਪਾ ਦਿੰਦਾ, ਆਹ ਸ਼ਬਦ ਆ, ਉਹ ਤੁਸੀਂ ਦੇਖ ਸਕਦੇ ਹੋ, ਇੱਧਰ ਹੋਊ ਇੱਧਰ ਹੋਊ, ਤੁਸੀਂ ਦੇਖ ਲਓ ਆਹ ਸ਼ਬਦ ਆ, ਇਹ ਮੈਂ ਫੋਟੋ ਖਿੱਚ ਕੇ ਪਾਊਂਗਾ, ਤੁਸੀਂ ਆਪ ਪੜ੍ਹ ਲਿਓ। ਸੋ ਆਪਾਂ ਗਾਂ ਪੜ੍ਹਦੇ ਹਾਂ। ਹਿੰਦੁਸਤਾਨ ਦੀ ਧਰਤੀ ਤੇ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦਾ ਨਾਮ ਦੇ ਕੇ ਸਮਾਜ ਵਿੱਚ ਪਾਈਆਂ ਗਈਆਂ 4 ਪ੍ਰਮੁੱਖ ਵੰਡੀਆਂ ਦਾ ਕਾਰਨ ਦੱਸਿਆ ਗਿਆ ਸੀ ਕਿ ਬ੍ਰਾਹਮਣ ਬ੍ਰਹਮਾ ਦੇ ਮੂੰਹ ਵਿੱਚ ਪੈਦਾ ਹੋਏ ਹਨ, ਇਸ ਲਈ ਸਰਵ ਉੱਤਮ ਹਨ। ਖੱਤਰੀ ਬ੍ਰਹਮ ਦੀਆਂ ਬਾਹਾਂ ਵਿੱਚੋਂ ਪੈਦਾ ਹੋਣ ਕਾਰਨ ਦੂਜੇ ਨੰਬਰ ਤੇ ਹਨ। ਬ੍ਰਹਮਾ ਦੇ ਪੇਟ ਵਿੱਚ ਪੈਦਾ ਹੋਏ ਵੈਸ਼ ਦਾ ਨੰਬਰ ਤੀਜਾ ਹੈ ਅਤੇ ਸਭ ਤੋਂ ਨੀਵੇਂ ਸ਼ੂਦਰ ਹਨ ਜੋ ਬ੍ਰਹਮ ਦੇ ਪੈਰਾਂ ਤੋਂ ਪੈਦਾ ਹੋਏ ਹਨ। ਬ੍ਰਾਹਮਣ ਦੇ ਹਿੱਸੇ ਧਰਮ ਕਰਮ ਦਾ ਕੰਮ, ਖੱਤਰੀਆਂ ਦੇ ਹਿੱਸੇ ਸਮਾਜਕ ਰਾਖੀ, ਵੈਸ਼ ਦੇ ਹਿੱਸੇ ਵਜਨ ਵਪਾਰ, ਖੇਤੀਬਾੜੀ ਅਤੇ ਸ਼ੂਦਰ ਦੇ ਹਿੱਸੇ ਸਮਾਜ ਦੇ ਸਭ ਤੋਂ ਘਟੀਆ ਸਮਝੇ ਜਾਂਦੇ ਕੰਮਾਂ ਤੋਂ ਇਲਾਵਾ ਬਾਕੀ ਤਿੰਨਾਂ ਵੀ ਵਰਨਾਂ ਦੀ ਨਿਸ਼ਕਾਮ ਸੇਵਾ ਦੀ ਜ਼ਿੰਮੇਵਾਰੀ ਲਗਾਈ ਗਈ।
ਇਸ ਵਿਤਕਰੇ ਭਰੀ ਵਰਨਵੰਡ ਦੀ ਉਲੰਘਣਾ ਨੂੰ ਰੱਬੀ ਹੁਕਮ ਦੀ ਉਲੰਘਣਾ ਦੱਸ ਕੇ ਇਸ ਵੰਡ ਨੂੰ ਪੱਕਾ ਕੀਤਾ ਗਿਆ। ਮਨੁੱਖੀ ਵੰਡੀਆਂ ਅਤੇ ਬੇਇਨਸਾਫੀ ਮਿਟਾਉਣ ਲਈ ਆਏ ਗੁਰੂ ਸਾਹਿਬਾਨਾਂ ਨੇ ਇਹਨਾਂ ਵੰਡੀਆਂ ਵਿਰੁੱਧ ਚੇਤਨਾ ਦੀਆਂ ਕਿਰਨਾਂ ਬਿਖਰਨੀਆਂ ਆਰੰਭੀਆਂ। ਸੋ ਇੱਥੇ ਹੁਣ ਸ਼ਬਦ ਦਿੱਤਾ ਗਿਆ, ਸਕਰੀਨ ਤੇ ਦੇਖ ਲਓ ਤੁਸੀਂ, ਕਿਉਂਕਿ ਕਈ ਜਣੇ ਹੋ ਸਕਦਾ ਵੀ ਸਿਰਫ ਮੇਰੀ ਵੋਇਸ ਸੁਣ ਰਹੇ ਹੋਣ। ਸੋ ਜੇ ਤੁਸੀਂ ਸ਼ਬਦ ਪੜ੍ਹਨਾ ਤਾਂ ਸਕਰੀਨ ਤੇ ਦੇਖ ਕੇ ਸ਼ਬਦ ਪੜ੍ਹ ਸਕਦੇ ਹੋ। ਇਹਨਾਂ ਗਿਆਨ ਦੀਆਂ ਰੇਸ਼ਮਾਂ ਨੇ ਜਿਹੜੇ ਸ਼ਰਧਾਲੂ ਮਨਾਂ ਵਿੱਚੋਂ ਹਨੇਰੇ ਦਾ ਨਾਸ਼ ਕੀਤਾ, ਉਹ ਗੁਰਸਿੱਖ ਬਣ ਗਏ। ਗੁਰੂ ਸਾਹਿਬਾਨ ਗੁਰਸਿੱਖਾਂ ਦੇ ਕਾਫਲੇ ਨੂੰ ਸੇਧ ਬਖਸ਼ਿਸ਼ ਕਰਨ ਲੱਗੇ, ਜਦੋਂ ਕਾਫਲੇ ਦੀ ਦਿਸ਼ਾ ਹੀ ਇਹ ਬਣ ਗਈ। ਅਗਲਾ ਸ਼ਬਦ ਦੇਖ ਲਓ। ਤਾਂ ਇਹਨਾਂ ਨੂੰ ਖਾਲਸੇ ਦਾ ਰੂਪ ਦੇ ਦਿੱਤਾ ਗਿਆ। ਖਾਲਸੇ ਦੀ ਸਥਾਪਨਾ ਉਪਰੰਤ ਘੜੇ ਗਏ ਹੇਠਾਂ ਦਿੱਤੇ ਗਏ ਇਸ ਮੁੱਢਲੇ ਨਿਯਮ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੀ ਸੀ। ਇੱਕ ਹੋਰ ਸ਼ਬਦ ਦੇਖ ਲਓ, ਪੰਥ ਪ੍ਰਕਾਸ਼ ਚ ਇਹ। ਇਸ ਵਰਨ ਵੰਡ ਤੋਂ ਇਲਾਵਾ ਇੱਕ ਵੰਡ ਹੋਰ ਵੀ ਹੈ, ਜੋ ਕਿ ਸਾਰੀ ਦੁਨੀਆ ਲਈ ਹੀ ਇੱਕ ਸਮੱਸਿਆ ਹੈ। ਗੁਰੂ ਸਾਹਿਬਾਨ ਨੇ ਉਸ ਵੰਡ ਨੂੰ ਵੀ ਵਰਨ ਵੰਡ ਦੇ ਨਾਲ ਹੀ ਮਹਿਸੂਸ ਕਰ ਲਿਆ ਸੀ ਅਤੇ ਸਭ ਤੋਂ ਪਹਿਲਾਂ ਉਸ ਦਾ ਵਿਸ਼ਲੇਸ਼ਣ ਕੀਤਾ ਸੀ। ਇੱਕ ਹੋਰ ਸ਼ਬਦ ਚੈੱਕ ਕਰ ਲਓ। ਇਸ ਵਿਤਕਰੇ ਭਰੀ ਵੰਡੀ ਨੂੰ ਅਸੀਂ ਅਮੀਰ ਗਰੀਬ ਦੀ ਵੰਡੀ ਕਹਿੰਦੇ ਹਾਂ। ਇੱਥੇ ਗੁਰੂ ਸਾਹਿਬ ਨੇ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਕਿ ਕਿਤੇ ਗਰੀਬ ਦੀ ਗਰੀਬੀ ਦਾ ਕਾਰਨ ਉਸ ਦਾ ਆਪਣਾ ਆਲਸ ਹੀ ਨਾ ਹੋਵੇ। ਇਸ ਲਈ ਉਦਮ ਕਰਨ ਲਈ ਵਿਸ਼ੇਸ਼ ਹਦਾਇਤ ਦਿੱਤੀ ਗਈ। ਇਹ ਸ਼ਬਦ ਹੋ ਸਕਦਾ ਤੁਸੀਂ ਆਈਡੀ ਲਾ ਲਿਆ ਹੋਵੇ ਕਿਹੜਾ ਸ਼ਬਦ ਆ, ਪਰ ਤੁਸੀਂ ਦੇਖ ਲਓ। ਪਰ ਜੇਕਰ ਗਰੀਬ ਦੀ ਗਰੀਬੀ ਦਾ ਕਾਰਨ ਉਸ ਦਾ ਆਲਸ ਨਹੀਂ, ਸਗੋਂ ਸਮਾਏਦਾਰ ਦੀ ਲੁੱਟ ਹੈ, ਗੁਰੂ ਨਾਨਕ ਸਾਹਿਬ ਸਮਾਏਦਾਰ ਨੂੰ ਤਾੜਨਾ ਕਰਦੇ ਹਨ ਕਿ ਉਹ ਮਨੁੱਖੀ ਖੂਨ ਪੀਣ ਵਾਲਾ ਦਰਿੰਦਾ ਹੈ। ਨੈਕਸਟ ਸ਼ਬਦ ਦੇਖ ਲਓ ਤੁਸੀਂ ਇੱਕ ਵਾਰੀ ਸਕਰੀਨ ਤੇ। ਗੁਰੂ ਸਾਹਿਬਾਨਾਂ ਨੇ ਇਹ ਵੀ ਤਾੜਨਾ ਕੀਤੀ ਕਿ ਬਹੁਤ ਧਨ ਜੋੜ ਕੇ ਕਾਲ ਚੱਕਰ ਤੋਂ ਬਚਿਆ ਨਹੀਂ ਜਾ ਸਕਦਾ। ਉਹ ਅਮੀਰ ਨੂੰ ਵੀ ਉਸੇ ਤਰ੍ਹਾਂ ਮਾਰਦਾ ਹੈ ਜਿਵੇਂ ਗਰੀਬ ਨੂੰ। ਇੱਕ ਹੋਰ ਸ਼ਬਦ ਚੈੱਕ ਕਰ ਲਓ। ਅਤੇ ਮਰਨ ਉਪਰੰਤ ਨਵੇੜਾ ਧਨ ਦੌਲਤ ਦੇ ਆਧਾਰ ਤੇ ਨਹੀਂ ਹੁੰਦਾ, ਉੱਥੇ ਨਾਮ ਧਨ ਦੀ ਪੂੰਜੀ ਦੀ ਲੋੜ ਹੈ ਅਤੇ ਇਹ ਪੂੰਜੀ ਜਮ੍ਹਾਂ ਕਰਨ ਲਈ ਗੁਰੂ ਦੀ ਲੋੜ ਹੈ। ਗੁਰੂ ਸਾਹਿਬ ਦੀ ਪਹਿਲੀ ਸ਼ਰਤ ਹੀ ਇਹ ਸੀ। ਸ਼ਬਦ ਦੇਖ ਲਓ। ਇਸ ਹਕੀਕਤ ਨੂੰ ਇਤਿਹਾਸਕ ਦੀਆਂ ਪਰਤਾਂ ਵਿੱਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਕਿ ਵਰਨ ਵੰਡ ਦੇ ਨਾਲ ਹੀ ਅਮੀਰ ਗਰੀਬ ਦੀ ਇਸ ਦੂਸਰੀ ਵੰਡ ਦਾ ਵਿਤਕਰਾ ਵੀ ਗੁਰਸਿੱਖਾਂ ਅੰਦਰੋਂ ਕੱਢ ਦਿੱਤਾ ਗਿਆ ਸੀ। ਇਹੀ ਕਾਰਨ ਹੈ ਕਿ ਅਗਿਆਨਤਾ ਦੀ ਪੱਟੀ ਅੱਖਾਂ ਤੇ ਬੰਨੀ ਲੁਕਾਈ ਜਦੋਂ ਸਿੱਖ ਵਿਚਾਰਧਾਰਾ ਦੀ ਰੌਸ਼ਨੀ ਦੇ ਬਾਵਜੂਦ ਇਸ ਹਕੀਕਤ ਕੁਮਾਰਗ ਤੇ ਭਟਕਦੇ ਠੇਡੇ ਖਾ ਰਹੀ ਸੀ। ਸ਼ਬਦ ਇੱਕ ਹੋਰ ਸ਼ਬਦ ਆ ਗਿਆ, ਚੈੱਕ ਕਰ ਲਓ। ਆ ਥੋੜੇ ਜਿਹੇ ਪੇਜ ਐਵੇਂ ਆ ਵਿੱਚ, ਮਤਲਬ ਕਿ ਆਪਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਪਹਿਲਾਂ ਦੱਸਿਆ ਗਿਆ ਵੀ ਆਹ ਸ਼ਬਦ ਨੂੰ, ਮਤਲਬ ਆਹ ਸ਼ਬਦ ਇਹਨਾਂ ਲਈ ਵਰਤਿਆ ਗਿਆ, ਫਿਰ ਸ਼ਬਦ ਦਿੱਤੇ ਗਏ ਆ ਤੇ ਆਪਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ। ਤਾਂ ਉਦੋਂ ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਸਜਾਏ ਗਏ ਖਾਲਸਾ ਪੰਥ ਵਿਚਲੇ ਹਰ ਸਿੱਖ ਲਈ ਇਹ ਨਿਯਮ ਘੜਿਆ ਜਾ ਰਿਹਾ ਸੀ। ਇੱਕ ਹੋਰ ਸ਼ਬਦ ਚੈੱਕ ਕਰ ਲਓ। ਕੇਵਲ ਇੱਥੇ ਹੀ ਬਸ ਨਹੀਂ, ਸਗੋਂ ਸਮੇਂ ਦੇ ਚੱਕਰ ਨਾਲ ਮਜ਼ਬੂਤ ਹੋ ਚੁੱਕੀ ਇਸ ਵੰਡ ਦੀ ਦੂਰੀ ਘਟਾਉਣ ਲਈ ਧਨਵਾਨ ਸਿੱਖਾਂ ਨੂੰ ਹਦਾਇਤ ਸੀ। ਤੁਸੀਂ ਹਦਾਇਤ ਵੀ ਮੈਂ ਤੁਹਾਨੂੰ ਆਹ ਸਕਰੀਨਸ਼ਾਟ ਪਾ ਦਿੰਦਾ, ਪੜ੍ਹ ਲਿਓ। ਆ ਜਿਹੜਾ ਊੜਾ ਗਾ ਇਹ ਹੈਗਾ ਰਹਿਤਨਾਮਾ ਤੇ ਜਿਹੜਾ ਐੜਾ ਗਾ ਇਹ ਹੈਗਾ ਤਨਖਾਹਨਾਮਾ। ਕਿਤੇ ਅਜਿਹੇ ਸਿਧਾਂਤਾਂ ਦੀ ਮੌਜੂਦਗੀ ਵਿੱਚ ਨਿਰਧਨ ਸਿੱਖ ਆਲਸੀ ਨਾ ਹੋ ਜਾਣ, ਇਸ ਲਈ ਇਹ ਸਿਧਾਂਤ ਉਹਨਾਂ ਨੂੰ ਯਾਦ ਕਰਵਾਉਂਦਾ ਹੈ। ਇਹ ਵੀ ਰਹਿਤਨਾਮਾ ਗਾ ਜਿਹੜੀ ਈੜੀ ਹੈ। ਇਸ ਉਪਰੰਤ ਖਾਲਸੇ ਵੱਲੋਂ ਲੜੇ ਗਏ ਧਰਮ ਯੁੱਧ ਦੇ ਸਿੱਟੇ ਵਜੋਂ ਹੀ ਲੋਕਾਂ ਨੂੰ ਇੱਕ ਅਜਿਹਾ ਇਨਸਾਫ ਪਸੰਦ ਹਲੀਮੀ ਰਾਜ ਵਿੱਚ ਸਾਹ ਲੈਣ ਦਾ ਮੌਕਾ ਮਿਲਿਆ, ਜਿੱਥੇ
ਕਿਰਤੀ ਨੂੰ ਉਸਦੀ ਮਿਹਨਤ ਦਾ ਪੂਰਾ ਹੱਕ ਦਿੱਤਾ ਗਿਆ ਹੈ ਅਤੇ ਜਿੱਥੇ ਕਿਸੇ ਨੂੰ ਨੀਚ ਕਹਿ ਕੇ ਦੁਕਾਰਿਆ ਨਹੀਂ ਗਿਆ। ਕੀ ਅਜਿਹਾ ਕ੍ਰਿਸ਼ਮਾ ਗੁਰੂ ਗ੍ਰੰਥ ਸਾਹਿਬ ਵਿਚਲੇ ਮਨੁੱਖੀ ਬਰਾਬਰੀ ਦੇ ਸਿਧਾਂਤ ਨੂੰ ਅਪਣਾਏ ਬਿਨਾਂ ਸੰਭਵ ਸੀ? ਸੋ ਇਹ ਸਪਸ਼ਟ ਹੈ ਕਿ ਸਿੱਖ ਪੰਥ ਕੇਵਲ ਤੇ ਕੇਵਲ ਉਹਨਾਂ ਸੰਤਾਂ ਸਿਪਾਹੀਆਂ ਦਾ ਕਾਫਲਾ ਹੀ ਅਖਵਾ ਸਕਦਾ ਹੈ ਜਿਸ ਵਿੱਚ ਨਾ ਤਾਂ ਕੋਈ ਜੱਟ ਮਜ਼੍ਹਬੀ ਦੀ ਵੰਡ ਹੋਵੇਗੀ ਅਤੇ ਨਾ ਹੀ ਅਮੀਰ ਗਰੀਬ ਦੀ। ਇਸ ਲਈ ਕਰਨਯੋਗ ਕੰਮ ਇਹ ਹੈ ਕਿ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਅਖਵਾਉਣ ਦਾ ਚਾਹਵਾਨ ਹਰ ਮਨੁੱਖ ਆਪਣੀਆਂ ਅੱਖਾਂ ਤੋਂ ਅਗਿਆਨਤਾ ਦੀ ਪੱਟੀ ਲਾ ਕੇ ਗੁਰੂ ਗ੍ਰੰਥ ਸਾਹਿਬ ਵਿਚਲੀ ਚੇਤਨਤਾ ਲਈ ਆਪਣੇ ਦਿਮਾਗ ਦੇ ਦਰਵਾਜ਼ੇ ਖੋਲ੍ਹ ਦੇਵੇ। ਇਸ ਪਿੱਛੋਂ ਸਿੱਖ ਪੰਥ ਦੇ ਇਸ ਚੇਤਨਾ ਰਾਹੀਂ ਸਮੁੱਚੀ ਦੁਨੀਆ ਤੋਂ ਅਗਿਆਨਤਾ ਦਾ ਹਨੇਰਾ ਮਿਟਾਉਣ ਦੇ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦੀ ਮਸ਼ਾਲ ਨੂੰ ਹੱਥ ਵਿੱਚ ਲੈਣਾ ਹੈ। ਸੋ ਮੇਰੇ ਖਿਆਲ 'ਚ ਭਾਗ ਦੂਜਾ ਬਹੁਤ ਵੱਡਾ ਹੋ ਗਿਆ, ਮਤਲਬ ਕਿ ਪਿਛਲਾ ਵੀ 15 ਕੁ ਮਿੰਟਾਂ ਦੇ ਸੀ, ਇਹ ਮੇਰੇ ਖਿਆਲ 'ਚ 20 ਕੁ ਮਿੰਟਾਂ ਦਾ ਹੋ ਗਿਆ ਹੋਊਗਾ। ਅਤੇ ਇੱਥੇ ਆਪਾਂ ਨੂੰ ਬੱਸ ਕਰਨੀ ਚਾਹੀਦੀ ਹੈ ਕਿਉਂਕਿ 15-20 ਮਿੰਟ ਬਹੁਤ ਹੈ, ਇਸ ਤੋਂ ਬਾਅਦ ਤਾਂ ਫਿਰ ਬੋਰਿੰਗ, ਤੁਹਾਨੂੰ ਸਵਾਦ ਨਹੀਂ ਆਉਣਾ। ਆਪਦੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰਦਾ ਪਿੱਛੇ ਬੈਕਗਰਾਊਂਡ ਮਿਊਜ਼ਿਕ ਦੇ ਕੇ ਹੌਲੀ ਹੌਲੀ ਪੜ੍ਹ ਕੇ ਵੀ ਤੁਹਾਨੂੰ ਇੱਕ ਗੱਲ ਸਮਝ ਲੱਗੇ। ਇੰਨੀਆਂ ਕਿਤਾਬਾਂ ਮੈਂ ਵੀ ਨਹੀਂ ਪੜ੍ਹੀਆਂ, ਬਟ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਕੋਈ ਨਾ ਕੋਈ ਕਿਤਾਬ ਮੈਂ ਪੜ੍ਹ ਲਾਂ ਅਤੇ ਉਹ ਕਿਤਾਬ ਆਪਣੀ ਹਿਸਟਰੀ ਦੇ ਰਿਲੇਟਡ ਹੋਵੇ ਜਾਂ ਕੁਛ ਆਪਾਂ ਨੂੰ ਸੇਧ ਦੇਣ ਵਾਲੀ ਹੋਵੇ ਕਿਤਾਬ। ਸੋ ਮੈਂ ਉਹੀ ਕਿਤਾਬਾਂ ਪੜ੍ਹਦਾ। ਕੋਈ ਕਹਾਣੀ ਵਾਲੀ ਕਿਤਾਬਾਂ ਰੇਅਰ ਆ, ਕਦੇ ਮਨ ਪਰਚਾਵੇ ਲਈ ਪੜ੍ਹ ਲਈਆਂ ਤਾਂ ਕੀ ਕਹਿਣਾ, ਨਹੀਂ ਤਾਂ ਮੈਂ ਇਹੋ ਜਿਹੀਆਂ ਕਿਤਾਬਾਂ ਹੀ ਪੜ੍ਹਦਾ ਗਾ। ਸੋ ਜੇ ਤੁਹਾਨੂੰ ਬੋਰਿੰਗ ਜਿਹਾ ਕੰਮ ਲੱਗ ਰਿਹਾ ਜਾਂ ਤੁਹਾਨੂੰ ਲੱਗਣ ਲੱਗ ਜੇ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ, ਆਪਦੇ ਸੁਝਾਅ ਵੀ ਦੇ ਦਿਓ ਵੀ ਮੈਂ ਕਿਵੇਂ ਇਸ ਚੀਜ਼ ਨੂੰ ਹੋਰ ਵਧੀਆ ਤਰ੍ਹਾਂ ਰਿਪ੍ਰਜੈਂਟ ਕਰ ਸਕਦਾ। ਵੀ ਇਕੱਲੀ ਮੈਂ ਇਹਦੀ ਬੁੱਕ ਦੀ ਵੀ ਇੱਕ ਤਾਂ ਤਰੀਕਾ ਹੋ ਸਕਦਾ ਵੀ ਇਕੱਲੀ ਬੁੱਕ ਦੀ ਮੈਂ ਫੋਟੋ ਲਾ ਕੇ ਅਤੇ ਪਿੱਛੇ ਮੇਰੀ ਆਵਾਜ਼ ਚੱਲੀ ਜਾਵੇ, ਇੱਕ ਤਾਂ ਉਹ ਤਰੀਕਾ ਹੋ ਸਕਦਾ। ਇੱਕ ਜਿਵੇਂ ਮੈਂ ਭਾਗ ਪਹਿਲਾਂ ਬਣਾਇਆ ਉਹ ਤਰੀਕਾ ਹੋ ਸਕਦਾ। ਭਾਗ ਦੂਜਾ ਮੈਂ ਬਣਾ ਚੁੱਕਿਆ, ਸੋ ਇਹ ਵੀ ਭਾਗ ਪਹਿਲੇ ਵਾਂਗੂ ਹੀ ਬਣੂਗਾ। ਬਾਹਲੀ ਲੰਬੀ ਵੀਡੀਓ ਨਾ ਹੋਵੇ, ਸੋ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਮਿਲਦੇ ਹਾਂ ਆਪਾਂ ਅਗਲੇ ਭਾਗ 'ਚ, ਕਿਤਾਬਾਂ ਦਾ ਸਫ਼ਰ ਭਾਗ ਤੀਜੇ 'ਚ। ਸੋ ਇਹ ਹੋਰ ਇੰਟਰਸਟਿੰਗ ਗੱਲਾਂ ਬਹੁਤ ਸਾਰੀਆਂ ਪਈਆਂ। ਇਹ ਇੰਟਰਸਟਿੰਗ ਤਾਂ ਹੀ ਲੱਗ ਰਹੀਆਂ ਕਿਉਂਕਿ ਇਹ ਸੱਚੀਆਂ ਗੱਲਾਂ। ਜੇ ਝੂਠੀਆਂ ਹੁੰਦੀਆਂ, ਕਹਾਣੀਆਂ ਹੁੰਦੀਆਂ ਤਾਂ ਬਹੁਤ ਰੇਅਰ ਕਹਾਣੀ ਆਪਾਂ ਇੰਟਰਸਟ ਨਾਲ ਸੁਣਦੇ ਹਾਂ, ਨਹੀਂ ਤਾਂ ਜ਼ਿਆਦਾਤਰ ਆਪਾਂ ਨੂੰ ਪਤਾ ਚੱਲ ਜਾਂਦਾ ਵੀ ਯਾਰ ਰੀਅਲ ਲਾਈਫ 'ਚ ਤਾਂ ਇੱਦਾਂ ਹੋ ਹੀ ਨਹੀਂ ਸਕਦਾ। ਇਹ ਸੱਚੀਆਂ ਚੀਜ਼ਾਂ ਜੋ ਵੀ ਇਸ ਕਿਤਾਬ 'ਚ। ਸੋ ਮਿਲਦੇ ਹਾਂ ਜੀ ਭਾਗ ਤੀਜੇ 'ਚ। ਤਦ ਤੱਕ ਲਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ, ਲਾਈਕ ਕਮੈਂਟ ਵੀ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ।